ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਜਿਵੇਂ ਕਿ ਆਪ ਜੀ ਜਾਣਦੇ ਹੀ ਹੋ ਕਿ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਜੀਵਨ ਘਟਨਾਵਾਂ, ਉਹਨਾਂ ਦੀਆਂ ਜੀਵਨ ਕਥਾਵਾਂ ਅਸੀਂ ਆਪ ਜੀ ਦੇ ਨਾਲ ਦਿਨ ਬ ਦਿਨ ਸਾਂਝੀਆਂ ਕਰਦੇ ਆ ਰਹੇ ਹਾਂ। ਸੋ ਅੱਜ ਅਸੀਂ ਆਪ ਜੀ ਦੇ ਨਾਲ ਉਹਨਾਂ ਦੀ ਜੋ ਜੀਵਨ ਦੇ ਵਿੱਚੋਂ ਕੋਈ ਘਟਨਾ ਹੈ ਉਹ ਸਾਂਝੀ ਕਰਨੀ ਜਾ ਰਹੇ ਹਾਂ। ਉਹ ਜੀਵਨ ਦੀ ਘਟਨਾ ਹੈ ਬਾਬਾ ਰਾਮ ਆਸਰਾ ਜੀ ਦੇ ਨਾਲ ਉਹਨਾਂ ਦਾ ਮਿਲਾਪ ਹੋਣਾ, ਜੋ ਕਿ ਬੜੇ ਪੂਜਨੀਕ ਸੰਤ ਭਜਨੀਕ ਸੰਤ ਹੋਏ ਹਨ। ਆਓ ਐਸੇ ਤਤ ਬੇਤੇ ਮਹਾਤਮਾ ਨਾਮ ਵਿੱਚ ਰਤੀਆਂ ਰੂਹਾਂ ਦਾ ਜੀਵਨ ਸਰਵਣ ਕਰਕੇ ਆਪਣਾ ਆਇਆ ਹੋਇਆ ਇਹ ਜੀਵਨ ਔਰ ਇਹ ਮਨੁੱਖਾ ਜਨਮ ਅਸੀਂ ਸਫਲਾ ਕਰ ਸਕੀਏ, ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਰਾਹੀਂ ਫਰਮਾਇਆ ਹੈ ਕਿ ਰੰਗ ਜਿਹੜਾ ਹੈ ਲੱਗਦਾ ਲੱਗ ਜਾਂਦਾ ਹੈ। ਕਿਸੇ ਵੱਲ ਵੇਖ ਕੇ ਮਨੁੱਖ ਹਮੇਸ਼ਾ ਕੋਈ ਨਾ ਕੋਈ ਰੀਸ ਜ਼ਰੂਰ ਕਰਦਾ ਹੈ, ਤੇ ਕਿਉਂ ਨਾ ਅਸੀਂ ਇਹਨਾਂ ਮਹਾਤਮਾ ਤਤ ਬੇਤੇ ਮਹਾਤਮਾ ਦੀ ਰੀਸ ਕਰਕੇ ਹੀ ਨਾਮ ਜਪਣ ਲੱਗ ਜਾਈਏ। ਉੱਥੇ ਬਾਣੀ ਰਾਹੀਂ ਸਤਿਗੁਰੂ ਲਿਖਦੇ ਹਨ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੂ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹਰਾ ਭਇਓ ਗੁਨੀ ਗਹੀਰਾ। ਰਵਿਦਾਸ ਟਵੰਤਾ ਢੀਰ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਅੱਗੇ ਪਾਤਸ਼ਾਹ ਲਿਖਦੇ ਹਨ, ਸੈਨ ਨਾਈ ਬੁੱਤ ਕਾਰਿਆ ਉਹ ਘਰ ਘਰ ਸੁਨਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ। ਸਤਿਗੁਰੂ ਲਿਖਦੇ ਹਨ, ਇਹ ਬਿਧ ਸੁਨ ਕੈ ਜਾਟਰੋ ਉਠ ਭਗਤੀ ਲਾਗਾ। ਐਸੀਆਂ ਬਿਧਾਂ ਸੁਣ ਕੇ, ਐਸਾ ਉਹਨਾਂ ਦਾ ਜੀਵਨ ਦੇਖ ਕੇ ਭਗਤ ਧੰਨਾ ਜੀ ਵੀ ਉੱਠ ਕੇ ਚਾਹ ਜਾਗਿਆ, ਕਿਉਂ ਨਾ ਮੈਂ ਨਾਮ ਜਪਾਂ, ਮੈਂ ਵੀ ਇਹਨਾਂ ਭਗਤਾਂ ਵਾਂਗੂ ਉਸ ਪਰਮੇਸ਼ਰ ਵਾਹਿਗੁਰੂ ਨੂੰ ਰਿਝਾ ਲਵਾਂ, ਖੁਸ਼ ਕਰ ਲਵਾਂ, ਜਿਸ ਅਸੀਂ ਮੇਨ ਕਾਰਜ ਲਈ ਆਏ ਹਾਂ। ਸਤਿਗੁਰੂ ਕਹਿੰਦੇ, ਇਹ ਬਿਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਐਸੇ ਮਹਾਤਮਾ ਮਹਾਂਪੁਰਸ਼ਾਂ ਦੀ ਸੰਗਤ, ਐਸੇ ਮਹਾਤਮਾ ਦੀਆਂ ਜੀਵਨ ਕਥਾਵਾਂ ਕਹਾਣੀਆਂ ਸਾਖੀਆਂ ਅਸੀਂ ਤਾਂ ਆਪ ਜੀ ਦੇ ਨਾਲ ਬਿਆਨ ਕਰਦੇ ਹਾਂ, ਤਾਂ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਸਾਡਾ ਵੀ ਸਤਿਗੁਰੂ ਕਿਰਪਾ ਕਰੇ ਕਿਤੇ ਇਹਨਾਂ ਮਹਾਤਮਾ ਦੇ ਨਾਲ ਜੀਵਨ ਰਲ ਜਾਵੇ, ਸਾਡਾ ਵੀ ਜੀਵਨ ਕਿਤੇ ਸਾਡਾ ਵੀ ਮਨ ਚਾਉ ਫੜ ਲਵੇ ਕਿ ਐ ਮਨਾ ਤੂੰ ਵੀ ਇਸ ਤਰ੍ਹਾਂ ਨਾਮ ਜਪੇਗਾ, ਤੂੰ ਵੀ ਇਹਨਾਂ ਮਹਾਤਮਾ ਵਾਂਗੂ ਸੰਗਤ ਕਰੇਗਾ, ਤੇ ਕਿਤੇ ਨਾ ਕਿਤੇ ਸਤਿਗੁਰੂ ਹੋ ਸਕਦਾ ਤੇਰਾ ਵੀ ਪੱਲਾ ਪਕੜ ਲੈਣ। ਸੋ ਇਸੇ ਤਰ੍ਹਾਂ ਵਿਚਰਦੇ ਹੋਏ ਬਾਬਾ ਜੀ ਦਾ ਮਿਲਾਪ ਮਹਾਂਪੁਰਖ ਬਾਬਾ ਰਾਮ ਆਸਰਾ ਜੀ ਦੇ ਨਾਲ ਵੀ ਹੋਇਆ। ਇਹ ਵੀ ਬੜੀ ਪੂਜਨੀਕ ਹਸਤੀ ਸਨ। ਬਾਬਾ ਰਾਮ ਆਸਰਾ ਜੀ ਦਾ ਅਸਲ ਨਾਮ ਬਾਬਾ ਬੂੜ ਸਿੰਘ ਜੀ ਸੀ, ਪਰ ਬਾਬਾ ਜੀ ਦਾ ਸੁਭਾਅ ਐਸਾ ਬਣ ਗਿਆ ਸੀ ਕਿ ਜੋ ਵੀ ਕੋਈ ਸ਼ਰਧਾਲੂ ਬਾਬਾ ਜੀ ਦੇ ਪਾਸ ਆਉਂਦਾ ਤਾਂ ਬਾਬਾ ਜੀ ਉਸ ਨੂੰ ਇਹੀ ਬਚਨ ਕਰਦੇ ਸਨ ਕਿ ਭਾਈ ਉਸ ਰਾਮ ਦਾ ਆਸਰਾ ਲਵੋ, ਉਸ ਰਾਮ ਦੀ ਸ਼ਰਨ ਲਵੋ। ਰਾਮ ਆਸਰਾ, ਇਸ ਲਈ ਸ਼ਰਧਾਲੂ ਸੰਗਤ ਬਾਬਾ ਜੀ ਨੂੰ ਬਾਬਾ ਰਾਮ ਆਸਰਾ ਹੀ ਕਹਿਣ ਲੱਗ ਪਈ। ਜਿਵੇਂ ਮੈਨੂੰ ਬਾਬਾ ਕਬੀਰ ਜੀ ਦਾ ਸ਼ਲੋਕ ਯਾਦ ਆਇਆ,
ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਆਸਾ ਕਰੀਐ RAM ਕੀ, ਅਵਰੈ ਆਸ ਨਿਰਾਸ, ਨਰਕ ਪਰਹਿ ਤੇ ਮਾਨਈ, ਜੋ ਹਰ ਨਾਮ ਉਦਾਸ। ਬਾਬਾ ਰਾਮ ਆਸਰਾ ਜੀ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ। ਸਾਧੂ ਜੋਗੀਆਂ ਦੀ ਬਹੁਤ ਭਾਵਨਾ ਵਾਲੇ, ਸੇਵਾ ਕਰਦੇ ਸਨ। ਇੱਕ ਦਿਨ ਕੁਝ ਜੋਗੀ ਬਾਬਾ ਜੀ ਦੇ ਨਗਰ ਲੱਕੜਵਾਲਾ ਬਠਿੰਡਾ ਵਿਖੇ ਆਏ। ਬਾਬਾ ਜੀ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ। ਬਾਬਾ ਜੀ ਨੂੰ ਉਹਨਾਂ ਜੋਗੀਆਂ ਦੀ ਸੰਗਤ ਬੜੀ ਪਿਆਰੀ ਲੱਗੀ ਤੇ ਬਾਬਾ ਜੀ ਵੀ ਫਿਰ ਉਹਨਾਂ ਜੋਗੀਆਂ ਦੇ ਨਾਲ ਹੀ ਚੱਲ ਪਏ। ਕੁਝ ਸਮਾਂ ਯੋਗ ਸਾਧਨਾ ਕੀਤੀ। ਬਾਬਾ ਜੀ ਫਿਰ ਸਿਆਲਕੋਟ ਵਿਖੇ ਆ ਗਏ। ਬਹੁਤ ਧਿਆਨ ਸਾਧਨਾ ਕੀਤੀ ਤੇ ਗਿਆਨ ਦੀ ਪ੍ਰਾਪਤੀ ਹੋਈ। ਸਿਆਲਕੋਟ ਤੋਂ ਬਾਬਾ ਜੀ ਫਿਰ ਡੇਰਾ ਬਾਬਾ ਨਾਨਕ ਵਿਖੇ ਆ ਗਏ। ਕੁਝ ਸਮਾਂ ਇੱਥੇ ਰਹੇ ਤੇ ਫਿਰ ਗੁਰੂ ਕਾ ਬਾਗ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ। ਇਸੇ ਅਸਥਾਨ ਤੇ ਪਿੰਡ ਸੱਤੂ ਨੰਗਲ ਅੰਮ੍ਰਿਤਸਰ ਸਾਹਿਬ ਦਾ ਇੱਕ ਸ਼ਰਧਾਲੂ ਵੀਰ ਬਾਬਾ ਜੀ ਦੇ ਕੋਲ ਆਇਆ ਸੀ। ਉਸ ਦਾ ਬਾਬਾ ਜੀ ਦੇ ਨਾਲ ਬਹੁਤ ਪਿਆਰ ਬਣ ਗਿਆ ਤੇ ਉਹ ਬਾਬਾ ਜੀ ਨੂੰ ਸੱਤੂ ਨੰਗਲ ਵਿਖੇ ਲੈ ਆਇਆ। ਸੰਤੂ ਨੰਗਲ ਵਿਖੇ ਹੀ ਬਾਬਾ ਜੀ ਕੁੱਲੀ ਵਾਲਿਆਂ ਨੇ ਬਾਬਾ ਰਾਮ ਆਸਰਾ ਜੀ ਦੇ ਦਰਸ਼ਨ ਕੀਤੇ ਸਨ। ਬਾਬਾ ਜੀ ਕੁੱਲੀ ਵਾਲਿਆਂ ਨੂੰ ਸਤਿਪੁਰਸ਼ਾਂ ਦੀ ਸੰਗਤ ਦਾ ਬੜਾ ਚਾਅ ਸੀ। ਬਾਬਾ ਰਾਮ ਆਸਰਾ ਜੀ ਬਾਰੇ ਪਤਾ ਲੱਗਾ ਤਾਂ ਬਾਬਾ ਜੀ ਬਾਬਾ ਰਾਮ ਆਸਰਾ ਜੀ ਦੇ ਦਰਸ਼ਨ ਕਰ ਲਈ ਇਸ ਅਸਥਾਨ ਤੇ ਆਏ। ਬਾਬਾ ਰਾਮ ਆਸਰਾ ਜੀ ਬਾਬਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਤੇ ਬਾਬਾ ਰਾਮ ਆਸਰਾ ਜੀ ਨੇ ਬਹੁਤ ਵਾਰ ਬਚਨ ਕਰਨਾ ਕਿ ਦਰਸ਼ਨ ਸਿੰਘਾ, ਤੂੰ ਖੋਤੇ ਛੱਡ ਦੇ, ਇਹ ਤੇਰਾ ਕੰਮ ਨਹੀਂ। ਸਤਿਗੁਰੂ ਨੇ ਤੇਰੀ ਬਹੁਤ ਵੱਡੀ ਸੇਵਾ ਲਾਈ ਹੈ। ਫਿਰ ਕਹਿਣਾ ਕਿ ਕੋਈ ਨਾ, ਸਮਾਂ ਆਵੇਗਾ ਇਹ ਵੀ ਛੱਡੇ ਜਾਣਗੇ। ਸੋ ਐਸਾ ਇਸ਼ਾਰਾ ਬਾਬਾ ਰਾਮ ਆਸਰਾ ਜੀ ਨੇ ਵੀ ਉਸ ਸਮੇਂ ਹੀ ਬਾਬਾ ਜੀ ਦੇ ਆਉਣ ਵਾਲੇ ਸਮੇਂ ਬਾਰੇ ਕਰ ਦਿੱਤਾ ਸੀ। ਬਾਬਾ ਜੀ ਵੀ ਫਿਰ ਅਕਸਰ ਹੀ ਬਾਬਾ ਰਾਮ ਆਸਰਾ ਜੀ ਦੇ ਕੋਲ ਆਉਂਦੇ ਰਹਿੰਦੇ ਸਨ। ਬਾਬਾ ਜੀ ਬਾਬਾ ਰਾਮ ਆਸਰਾ ਜੀ ਦੇ ਜੀਵਨ ਦੀ ਇੱਕ ਬੜੀ ਵਿਚਿੱਤਰ ਘਟਨਾ ਸ਼ਰਵਣ ਕਰਾਉਂਦੇ ਹੁੰਦੇ ਸਨ ਕਿ ਬਾਬਾ ਜੀ ਜਦੋਂ ਸੰਤੂ ਨੰਗਲ ਵਿਖੇ ਕੁੱਲੀ ਬਣਾ ਕੇ ਰਹਿੰਦੇ ਸਨ ਤਾਂ ਇੱਕ ਦਿਨ ਬਾਬਾ ਜੀ ਸਵੇਰ ਵੇਲੇ ਇੱਕ ਜੱਟ ਦੇ ਖੂਹ ਤੇ ਇਸ਼ਨਾਨ ਕਰਨ ਲਈ ਆਏ। ਬਾਬਾ ਜੀ ਖੂਹ ਤੋਂ ਇਸ਼ਨਾਨ ਕਰਕੇ ਵਾਪਸ ਚੱਲ ਪਏ। ਥੋੜੇ ਹੀ ਕਦਮ ਤੁਰੇ ਸਨ ਕਿ ਬਾਬਾ ਜੀ ਦੀ ਨਜ਼ਰ ਉੱਥੇ ਇੱਕ ਪੌਦੇ ਨੂੰ ਲੱਗੇ ਹੋਏ 2 ਗੁਲਾਬ ਦੇ ਫੁੱਲਾਂ ਤੇ ਪਈ। ਬਾਬਾ ਜੀ ਨੂੰ ਉਹ ਫੁੱਲ ਬੜੇ ਪਿਆਰੇ ਲੱਗੇ। ਮਹਾਂਪੁਰਖਾਂ ਦੀ ਖੌਰੇ ਕੀ ਰਜਾ ਸੀ ਕਿ ਉਹਨਾਂ ਨੇ ਉਹ ਫੁੱਲ ਤੋੜ ਲਏ। ਫੁੱਲ ਤੋੜ ਕੇ ਬਾਬਾ ਜੀ ਅਜੇ 2-4 ਕਦਮ ਹੀ ਤੁਰੇ ਸਨ ਕਿ ਜੱਟ ਨੇ ਉਹ ਫੁੱਲ ਬਾਬਾ ਜੀ ਨੂੰ ਹੱਥਾਂ 'ਚ ਫੜਿਆਂ ਦੇਖ ਲਿਆ। ਉਹ ਵੀ ਉੱਥੇ ਆ ਗਿਆ। ਉਸਨੇ ਬਾਬਾ ਜੀ ਨੂੰ ਬੜੇ ਸਖਤ ਸ਼ਬਦ ਬੋਲੇ। 2-4 ਡਾਂਗਾਂ ਵੀ ਬਾਬਾ ਜੀ ਦੇ ਮਾਰੀਆਂ ਤੇ ਫਿਰ ਬੜੀ ਸਖਤੀ ਨਾਲ ਕਹਿੰਦਾ ਕਿ ਸਾਧਾ, ਇਹ ਫੁੱਲ ਤੂੰ ਵਾਪਸ ਇਸ ਪੌਦੇ ਨਾਲ ਲਾ। ਬਾਬਾ ਰਾਮ ਆਸਰਾ ਜੀ ਨੇ ਉਸ ਜੱਟ ਕੋਲੋਂ ਬੜੀ ਨਿਮਰਤਾ ਨਾਲ ਮੁਆਫੀ ਮੰਗੀ, ਪਰ ਜੱਟ ਨਹੀਂ ਮੰਨਿਆ ਤੇ ਕਹਿਣ ਲੱਗਾ ਕਿ ਸਾਧਾ, ਤੂੰ ਮੇਰੇ ਖੇਤ ਵਿੱਚੋਂ ਇਹ ਫੁੱਲ ਤੋੜੇ ਕਿਵੇਂ ਹਨ? ਇਹ ਤੈਨੂੰ ਹੁਣ ਵਾਪਸ ਲਾਉਣੇ ਹੀ ਪੈਣੇ ਹਨ। ਬਾਬਾ ਜੀ ਨੇ ਫਿਰ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਭਾਈ, ਸਾਨੂੰ ਮੁਆਫੀ ਦੇ ਦੇ, ਪਰ ਮੈਂ ਇਹ ਫੁੱਲ ਕਿਵੇਂ ਟਾਹਣੀ ਨਾਲ ਲਗਾ ਦੇਵਾਂ? ਜਿਹੜੇ ਇੱਕ ਵਾਰ ਟੁੱਟ ਜਾਂਦੇ ਨੇ ਉਹ ਦੁਬਾਰਾ ਟਾਹਣੀ ਨਾਲ ਨਹੀਂ ਲੱਗਦੇ। ਪਰ ਉਸ ਜੱਟ ਨੇ ਵੀ ਬੜੀ ਅੜੀ ਕਰ ਲਈ ਤੇ ਬਾਬਾ ਜੀ ਦੀ ਇੱਕ ਨਾ ਮੰਨੀ। ਬਾਬਾ ਜੀ ਨੇ ਬੇਨਤੀ ਕੀਤੀ ਕਿ ਭਾਈ, ਤੂੰ ਹਰਜਾਨੇ ਵਜੋਂ ਮੇਰੇ ਕੋਲੋਂ ਮਜ਼ਦੂਰੀ ਕਰਾ ਲੈ, ਮੈਂ ਤੇਰੀ ਨੌਕਰੀ ਵੀ ਕਰ ਦਿੰਦਾ ਹਾਂ, ਤੂੰ ਇਹ ਅੜੀ ਛੱਡ ਦੇ।
ਪਰ ਜੱਟ ਨਾ ਮੰਨਿਆ ਤੇ ਫਿਰ ਇਹੀ ਕਹਿੰਦਾ ਕਿ ਸਾਧਾ ਤੈਨੂੰ ਕਿਹਾ ਇਹ ਫੁੱਲ ਟਾਹਣੀ ਨਾਲ ਲਾ ਤੇ ਇਹ ਤੈਨੂੰ ਲਾਉਣੇ ਹੀ ਪੈਣੇ ਨੇ। ਬਾਬਾ ਜੀ ਨੇ ਦੋਨੋਂ ਫੁੱਲ ਆਪਣੇ ਹੱਥਾਂ ਵਿੱਚ ਫੜੇ ਹੋਏ ਸਨ। ਉਸਨੇ ਜਦ ਅੜੀ ਨਾ ਛੱਡੀ ਤਾਂ ਬਾਬਾ ਜੀ ਫੁੱਲਾਂ ਨੂੰ ਕਹਿੰਦੇ ਕਿ ਜਾਓ ਟਾਹਣੀ ਨਾਲ ਲੱਗ ਜਾਓ। ਇਹ ਬਚਨ ਕਰਕੇ ਬਾਬਾ ਜੀ ਨੇ ਫੁੱਲ ਟਾਹਣੀ ਵੱਲ ਸੁੱਟ ਦਿੱਤੇ। ਬੜਾ ਅਸਚਰਜ ਕੌਤਕ ਵਾਪਰਿਆ ਕਿ ਫੁੱਲ ਟਾਹਣੀ ਨਾਲ ਜਾ ਲੱਗੇ। ਇਹ ਦੇਖ ਕੇ ਜੱਟ ਵੀ ਬੜਾ ਹੈਰਾਨ ਹੋਇਆ। ਉਸ ਦੀ ਇਤਨੀ ਹਠੀ ਦੇਖ ਕੇ ਬਾਬਾ ਰਾਮ ਆਸਰਾ ਜੀ ਦੇ ਮੁਖ ਚੋਂ ਸੁਭਾਵਕ ਹੀ ਬਚਨ ਨਿਕਲ ਗਏ, ਤੂੰ ਦੱਲੇ ਦਾ ਦੱਲਾ ਰਹੇਗਾ ਕੱਲੇ ਦਾ ਕੱਲਾ। ਇਹ ਬਚਨ ਸੁਣ ਕੇ ਉਸ ਜੱਟ ਨੂੰ ਵੀ ਬਹੁਤ ਪਛਤਾਵਾ ਆਇਆ। ਬਾਬਾ ਰਾਮ ਆਸਰਾ ਜੀ ਇਸ ਤੋਂ ਬਾਅਦ ਸੰਤੂ ਨੰਗਲ ਨੂੰ ਛੱਡ ਗਏ ਤੇ ਲਾਹੌਰ ਚਲੇ ਗਏ ਤੇ ਉੱਥੋਂ ਫਿਰ ਮੁਲਤਾਨ ਚਲੇ ਗਏ। ਇਸੇ ਸਥਾਨ ਤੇ ਹੀ ਬਾਬਾ ਰਾਮ ਆਸਰਾ ਜੀ ਨੇ 5 ਭੂਤਕ ਸਰੀਰ ਦਾ ਤਿਆਗ ਕੀਤਾ। ਪਾਕਿਸਤਾਨ ਬਣਨ ਤੋਂ ਪਹਿਲਾਂ ਬਾਬਾ ਜੀ ਕੁੱਲੀ ਵਾਲੇ 12-13 ਸਾਲ ਬਾਬਾ ਰਾਮ ਆਸਰਾ ਜੀ ਦੀ ਬਰਸੀ ਤੇ ਵੀ ਹਾਜ਼ਰੀ ਭਰਦੇ ਰਹੇ। ਸਮੇਂ ਨਾਲ ਬਾਬਾ ਰਾਮ ਆਸਰਾ ਜੀ ਦੇ ਬਚਨ ਵੀ ਸਤ ਸਰੂਪ ਹੋਏ। ਫਿਰ ਸਮੇਂ ਨਾਲ ਵਿਉਂਤ ਬਣੀ ਤੇ ਬਾਬਾ ਜੀ ਕੁੱਲੀ ਵਾਲਿਆਂ ਨੇ ਹੀ ਇਸ ਪਰਿਵਾਰ ਦੀ ਭੁੱਲ ਬਖਸ਼ਾਈ। ਇਸ ਸਾਖੀ ਦਾ ਜ਼ਿਕਰ ਅਗਲੇ ਭਾਗ ਵਿੱਚ ਆਵੇਗਾ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ। ਬਾਬਾ ਜੀ ਦੀ ਸਾਖੀ ਮਹਾਤਮਾ ਸੰਤਾਂ ਮਹਾਂਪੁਰਖਾਂ ਦੀਆਂ ਜੀਵਨ ਘਟਨਾਵਾਂ ਪੜ੍ਹਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਹਨ, ਸਾਨੂੰ ਬਖਸ਼ ਲੈਣ। ਭੁੱਲਾਂ ਨਾ ਚਿਤਾਰਨੀਆਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।